ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਅੱਜ ਦੇ ਵਚਨ ਨੂੰ ਸੁਣਨ ਤੋਂ ਪਹਿਲਾਂ ਅਸੀਂ ਪ੍ਰਾਰਥਨਾ ਵਿੱਚ ਜਾਵਾਂਗੇ। ਦਿਆਲੂ ਪ੍ਰਭੂ, ਅਸੀਂ ਤੇਰਾ ਧੰਨਵਾਦ, ਤੇਰੀ ਮਹਿਮਾ, ਤੇਰੀ ਵਡਿਆਈ, ਤੇਰੀ ਉਸਤਤ ਕਰਦੇ ਹਾਂ। ਤੂੰ ਰਾਜਿਆਂ ਦਾ ਰਾਜਾ, ਪ੍ਰਭੂਆਂ ਦਾ ਪ੍ਰਭੂ, ਸਰਬ ਸ਼ਕਤੀਮਾਨ, ਸਰਬ ਵਿਆਪੀ, ਸਰਵਗਿਆ ਪਰਮੇਸ਼ਰ ਹੈ। ਨਿਤ ਪ੍ਰਤੀ ਦਿਨ ਸਾਨੂੰ ਆਪਣਾ ਵਚਨ ਦੇ ਕੇ ਆਪਣੀ ਮਹਿਮਾ ਦੇ ਲਈ ਸਾਨੂੰ ਰਚ ਲੈਂਦਾ ਹੈ ਔਰ ਤੇਰਾ ਵਚਨ ਸਾਨੂੰ ਪਰਮੇਸ਼ਰ ਪਿਤਾ ਆਪ ਦੇ ਨਾਮ ਮਿਲਣ ਦੇ ਲਈ ਵਿਵਸ਼ ਕਰਦਾ ਹੈ ਔਰ ਆਪ ਦੀ ਭਗਤੀ ਕਰਨ ਦੇ ਲਈ ਸਾਨੂੰ ਆਪ ਦੇ ਨੇੜੇ ਲੈ ਕੇ ਆਉਂਦਾ ਹੈ। ਇਸ ਦੇ ਲਈ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਤੇਰੇ ਇਸ ਵਚਨ ਨੂੰ ਸੁਣ ਰਹੇ ਆ ਔਰ ਜਿਨ੍ਹਾਂ ਇਸ ਵਚਨ ਦਾ ਮਨਨ ਕਰ ਰਹੇ ਆ, ਉਹਨਾਂ ਦੇ ਉੱਤੇ ਤੇਰੀ ਕਿਰਪਾ ਹੋਵੇ। ਆਪਣੇ ਦਾਸ ਨੂੰ ਬੋਲਣ ਦੇ ਲਈ ਅਲਫਾਜ਼ ਦੇ ਸਮਝ ਦੇ ਔਰ ਪਰਮੇਸ਼ਰ ਪਿਤਾ ਤੇਰੀ ਦਿੱਤੀ ਹੋਈ ਸਮਝ ਅਤੇ ਤੇਰੇ ਦਿੱਤੇ ਹੋਏ ਗਿਆਨ ਔਰ ਤੇਰੀ ਦਿੱਤੀ ਹੋਈ ਬੁੱਧ ਦੇ ਨਾਲ ਤੇਰੇ ਆਤਮਾ ਦੇ ਰਾਹੀਂ ਤੇਰੇ ਇਸ ਵਚਨ ਦਾ ਵਿਕਾਸਵਾ ਕਰਦੇ ਹੋਏ ਤੇਰੀ ਆਸ਼ੀਸ਼ ਨੂੰ ਪ੍ਰਾਪਤ ਕਰ ਸਕੀਏ ਔਰ ਜਿਉਂਦੀ ਆਮਦ ਜਿਹੜੀ ਆਪ ਨੇ ਸਾਡੇ ਵਿੱਚ ਆਪਣੇ ਪੁੱਤਰ ਦੇ ਰਾਹੀਂ ਠਹਿਰਾਈ ਹੈ ਉਸ ਵਿੱਚ ਅਸੀਂ ਵਧਦੇ ਜਾ ਸਕੀਏ। ਅਜਿਹਾ ਹੋਣ ਦੇ ਲਈ ਸਾਡੀ ਮਦਦ ਕਰ। ਇਹ ਸਭੋ ਕੁਝ ਤੇਰੇ ਹੱਥਾਂ ਵਿੱਚ ਸੌਂਪਦੇ ਹੋਏ ਬੇਨਤੀ ਮਸੀਹ ਯਸੂ ਦੇ ਪਵਿੱਤਰ ਤੇ ਸਮਰਥੀ ਨਾਮ ਚ ਮੰਗਦੇ ਹਾਂ, ਆਮੀਨ। ਪਿਆਰੇ ਅਜ਼ੀਜ਼, ਅੱਜ ਦੇ ਵਚਨ ਦਾ ਜੋ ਮੈਂ ਹਿੱਸਾ ਲਿਆ ਹੈ ਉਹ ਲਿਆ ਹੈ ਲੂਕਾ ਦੀ ਅੰਜੀਲ, ਉਸ ਦਾ 15 ਅਧਿਆਏ, ਉਸ ਦੀ 20 ਆਇਤ ਦੇ ਵਿੱਚੋਂ। ਇਹ ਖੰਡ ਜਿਹੜਾ ਹੈ ਇਸ ਨੂੰ ਜਦੋਂ ਅਸੀਂ ਪੜ੍ਹਦੇ ਹਾਂ 11 ਤੋਂ ਲੈ ਕੇ 32 ਆਇਤਾਂ ਤੱਕ ਦਾ ਇਹ ਖੰਡ ਹੈ। ਪਰ ਇਸ ਦੇ ਵਿੱਚ ਜੋ ਮੁੱਖ ਆਇਤ ਹੈ ਉਸ ਦਾ ਧਿਆਨ ਮੈਂ ਆਪ ਦੇ ਵਿੱਚ ਸਿਰਫ 20 ਆਇਤ ਦੇ ਉੱਤੇ ਲੈ ਕੇ ਜਾ ਰਿਹਾ ਔਰ ਇਸ ਦਾ ਜੋ ਪੜ੍ਹਨਾ ਹੈ ਉਹ ਸੱਚਮੁੱਚ ਸਾਡੇ ਜੀਵਨਾਂ ਦੇ ਲਈ ਆਸ਼ੀਸ਼ ਦਾ ਕਾਰਨ ਹੈ। 20 ਆਇਤ ਮੈਂ ਆਪ ਦੇ ਲਈ ਪੜ੍ਹ ਰਿਹਾ ਹਾਂ। ਸੋ ਉਹ ਉੱਠ ਕੇ ਆਪਣੇ ਪਿਤਾ ਕੋਲ ਗਿਆ, ਪਰ ਉਹ ਅਜੇ ਦੂਰ ਹੀ ਸੀ ਕਿ ਉਹ ਦੇ ਪਿਓ ਨੇ ਉਹਨੂੰ ਡਿੱਠਾ ਅਤੇ ਉਹਨੂੰ ਤਰਸ ਆਇਆ ਔਰ ਦੌੜ ਕੇ ਗਲੇ ਲਾ ਲਿਆ ਅਤੇ ਉਹਨੂੰ ਚੁੰਮਿਆ। ਇਸ ਦਾ ਜੋ ਮੈਂ ਵਿਸ਼ਾ ਲਿਆ ਹੈ, ਸਬਜੈਕਟ ਲਿਆ ਹੈ, ਉਹ ਹੈ ਖੁੱਲੀਆਂ ਬਾਹਾਂ ਵਿੱਚ ਪਿਤਾ ਦਾ ਪਿਆਰ। ਖੁੱਲੀਆਂ ਬਾਹਾਂ ਵਿੱਚ ਪਿਤਾ ਦਾ ਪਿਆਰ ਬਹੁਤ ਘੱਟ ਦੇਖਣ ਨੂੰ ਮਿਲਦਾ ਹੈ, ਪਰ ਇੱਥੇ ਇੱਕ ਪਿਤਾ ਦੇ ਪਿਆਰ ਨੂੰ ਅਸੀਂ ਖੁੱਲੀਆਂ ਬਾਹਾਂ ਦੇ ਨਾਲ ਉਸ ਬੇਟੇ ਨੂੰ ਵੇਖਦੇ ਹਾਂ ਜਿਹੜਾ ਇਸ ਦੁਨੀਆ ਦੀ ਚਮਕ ਦੇ ਵਿੱਚ ਖੋ ਗਿਆ ਸੀ। ਪਿਆਰੇ ਅਜ਼ੀਜ਼, ਇਸ ਖੰਡ ਨੂੰ ਅਸੀਂ ਕਈ ਵਾਰ ਪੜ੍ਹਿਆ ਹੈ, ਕਈ ਵਾਰ ਇਸ ਖੰਡ ਦੇ ਉੱਤੇ ਅਸੀਂ ਆਪਣਾ ਧਿਆਨ ਕੀਤਾ ਹੈ। ਮੈਂ ਇਸ ਖੰਡ ਨੂੰ ਜਦੋਂ ਪੜ੍ਹ ਰਿਹਾ ਸਾਂ ਤਾਂ ਮੈਨੂੰ ਇਸ ਦੇ ਵਿੱਚ ਪਿਤਾ ਦਾ ਪ੍ਰੇਮ ਨਜ਼ਰ ਆਇਆ ਹੈ। ਉਹ ਪਿਤਾ ਦਾ ਪ੍ਰੇਮ ਜਿਹੜਾ ਪਰਮੇਸ਼ਵਰ ਨੇ ਆਦਿ ਤੋਂ ਕੀਤਾ, ਆਦਿ ਤੋਂ। ਮੈਂ ਜਦੋਂ ਯਰਮਾਇਆ ਦੀ ਪੁਸਤਕ ਉਸ ਦਾ 31 ਅਧਿਆਏ ਉਸ ਦੀ 3 ਆਇਤ ਪੜ੍ਹਦਾ ਹਾਂ ਤਾਂ ਉਸ ਵਿੱਚ ਪਰਮੇਸ਼ਵਰ ਦੇ ਪ੍ਰੇਮ ਨੂੰ ਯਰਮਾਇਆ ਪ੍ਰਗਟ ਕਰਦਾ ਹੋਇਆ ਨਜ਼ਰ ਆਉਂਦਾ ਹੈ। 31 ਦਾ 3 ਮੈਂ ਆਪ ਦੇ ਲਈ ਪੜ੍ਹ ਰਿਹਾ ਹਾਂ। ਯਹੋਵਾ ਨੇ ਦੂਰੋਂ ਮੈਨੂੰ ਵਿਖਾਈ ਦਿੱਤਾ, ਮੈਂ ਤੇਰੇ ਨਾਲ ਸਦਾ ਦੇ ਪ੍ਰੇਮ ਨਾਲ ਪ੍ਰੇਮ ਕੀਤਾ ਹੈ, ਇਸ ਲਈ ਮੈਂ ਦਇਆ ਨਾਲ ਤੈਨੂੰ ਖਿੱਚਿਆ ਹੈ। ਇਹ ਪਿਤਾ ਦਾ ਪ੍ਰੇਮ ਹੈ ਜਿਸ ਦੇ ਬਾਰੇ ਪਹਿਲਾਂ ਤੋਂ ਹੀ ਨਬੀਆਂ ਨੇ ਸਾਡੇ ਜੀਵਨ ਦੇ ਬਚਾਵ ਦੇ ਲਈ ਜ਼ਿਕਰ ਕੀਤਾ ਹੈ। ਪਿਤਾ ਦਾ ਪ੍ਰੇਮ ਬਹੁਤ ਵੱਡਾ ਹੈ ਔਰ ਜਦੋਂ ਅਸੀਂ ਪਿਤਾ ਦਾ ਪਿਆਰ ਯਹੋਨਾ 3:16 ਦੇ ਵਿੱਚ ਵੇਖਦੇ ਹਾਂ, ਇੱਕ ਪਾਪੀ ਦੇ ਲਈ, ਪਾਪੀ ਦੇ ਜੀਵਨ ਦੇ ਬਚਾਅ ਦੇ ਲਈ ਬੜਾ ਅਦਭੁਤ ਹੈ। 3:16 ਦੇ ਵਿੱਚ ਪਰਮੇਸ਼ਰ ਕਹਿੰਦਾ ਹੈ ਕਿ ਪਰਮੇਸ਼ਵਰ ਨੇ ਜਗਤ ਨਾਲ ਅਜਿਹਾ ਪਿਆਰ ਕੀਤਾ ਕਿ ਉਸ ਨੇ ਆਪਣਾ ਇਕਲੌਤਾ ਪੁੱਤਰ ਬਖਸ਼ ਦਿੱਤਾ ਤਾਂ ਕਿ ਹਰੇਕ
जो उस उत्ते नेचा करे वो नाश ना होवे बल्कि सदीपक जीवन प्राप्त करे। ਇੱਥੇ ਅਸੀਂ ਦੇਖਦੇ ਹਾਂ ਦੋ ਪੁੱਤਰਾਂ ਦੇ ਬਾਰੇ। ਇੱਕ ਪੁੱਤਰ ਨੇ ਆਪਣੇ ਮਿੱਤਰਾਂ ਅਤੇ ਸੱਜਣਾਂ ਦੇ ਪਿੱਛੇ ਲੱਗ ਕੇ ਆਪਣੇ ਪਿਤਾ ਤੋਂ ਸੰਪਤੀ ਦਾ ਹਿੱਸਾ ਲਿਆ ਅਤੇ ਉਸ ਨੇ ਐਸ਼ ਪ੍ਰਸਤੀ ਦੇ ਵਿੱਚ ਉਸ ਨੂੰ ਗਵਾ ਦਿੱਤਾ। ਉਸ ਨੇ ਆਪਣੇ ਪਿਤਾ ਦੇ ਪਰਿਵਾਰ ਦੇ ਉੱਤੇ ਧਿਆਨ ਨਹੀਂ ਦਿੱਤਾ। ਉਸ ਨੇ ਆਪਣੇ ਭਰਾ ਦੇ ਉੱਤੇ ਧਿਆਨ ਨਹੀਂ ਦਿੱਤਾ। ਉਸ ਨੇ ਆਪਣੇ ਪਰਿਵਾਰ ਦੇ ਉੱਤੇ ਧਿਆਨ ਨਹੀਂ ਦਿੱਤਾ। ਉਸ ਨੇ ਆਪਣਾ ਸਾਰਾ ਪੈਸਾ, ਸਾਰੀ ਸੰਪਤੀ ਜੋ ਪਿਤਾ ਤੋਂ ਲਈ, ਉਸ ਨੇ ਐਸ਼ ਪ੍ਰਸਤੀ ਦੇ ਵਿੱਚ ਉਡਾ ਦਿੱਤੀ। ਇਹ ਹਾਲਾਤ ਕਦੋਂ ਦੇ ਹੈ? ਜਵਾਨੀ ਦੀ ਅਵਸਥਾ ਦੇ ਵਿੱਚ। ਜਵਾਨੀ ਦੀ ਅਵਸਥਾ ਦੇ ਵਿੱਚ ਸਾਨੂੰ ਆਪਣੇ ਬੱਚਿਆਂ ਨੂੰ ਸੰਭਾਲ ਕੇ ਰੱਖਣ ਦੀ ਲੋੜ ਹੈ। ਮੈਂ ਪਿਛਲੇ ਦਿਨਾਂ ਦੇ ਵਿੱਚ ਵੀ ਦੱਸ ਰਿਹਾ ਸਾਂ, ਕਹਾਵਤਾਂ ਦੀ ਪੁਸਤਕ ਦੇ ਵਿੱਚ, ਕਿ ਬੱਚੇ ਨੂੰ ਉਸ ਦਾ ਮਾਰਗ ਸਿਖਾਲ, ਉਸ ਦਾ ਮਾਰਗ, ਉਸ ਦਾ ਰਾਹ ਕੀ ਆ, ਉਸ ਨੂੰ ਸਿਖਾਉਣਾ ਕਿਹਦਾ ਫਰਜ਼ ਬਣਦਾ ਹੈ? ਪਿਤਾ ਦਾ। ਉਸ ਦਾ ਰਾਹ ਉਸ ਨੂੰ ਸਿਖਾ, ਚਾਹੇ ਤਾੜ ਦੇ ਨਾਲ, ਚਾਹੇ ਛਿਟੀ ਦੇ ਨਾਲ। ਪਰ ਅਸੀਂ ਇਸ ਤਰ੍ਹਾਂ ਕਰਦੇ ਨਹੀਂ। ਫਿਰ ਜਦੋਂ ਸਾਡੇ ਬੱਚੇ ਦੁਨੀਆ ਦੇ ਵਿੱਚ ਚਲੇ ਜਾਂਦੇ ਆ, ਦੁਨੀਆ ਦੇ ਵਿੱਚ ਖੋ ਜਾਂਦੇ ਆ, ਫਿਰ ਅਸੀਂ ਉਹਨਾਂ ਦੇ ਲਈ ਚਿੰਤਤ ਹੋ ਜਾਂਦੇ ਹਾਂ। ਹੁਣ ਸਾਡੀ ਇੱਜ਼ਤ ਖਰਾਬ ਹੋ ਰਹੀ ਹੈ। ਹੁਣ ਸਾਡਾ ਸਮਾਜ ਦੇ ਵਿੱਚ ਨਾਮ ਖਰਾਬ ਹੋ ਰਿਹਾ ਹੈ। ਹੁਣ ਸਾਡਾ ਆਦਰ ਸਤਿਕਾਰ ਦਾ ਜੋ ਚਿੰਨ੍ਹ ਸੀ ਉਹ ਖਤਮ ਹੋ ਰਿਹਾ ਹੈ। ਅਸੀਂ ਇਹਨਾਂ ਚਿੰਤਾ ਦੇ ਨਾਲ ਆਪਣੇ ਬੱਚਿਆਂ ਨੂੰ ਤਾੜਨਾ ਸ਼ੁਰੂ ਕਰ ਦਿੰਦੇ ਹਾਂ, ਆਪਣੇ ਬੱਚਿਆਂ ਦੇ ਉੱਤੇ ਅਤਿਆਚਾਰ ਕਰਨਾ ਸ਼ੁਰੂ ਕਰ ਦਿੰਦੇ ਹਾਂ। ਲੇਕਿਨ ਇਸ ਜਗ੍ਹਾ ਦੇ ਉੱਤੇ ਮੈਂ ਦੇਖਦਾ ਹਾਂ ਕਿ ਇੱਕ ਪਿਤਾ ਨੇ ਆਪਣੇ ਪੁੱਤਰ ਨੂੰ, ਜਿਹੜਾ ਇਸ ਦੁਨੀਆ ਦੇ ਵਿੱਚ ਚਲਾ ਗਿਆ, ਚੁੱਪਚਾਪ ਉਸ ਦੀ ਰਾਹ ਉਡੀਕਦਾ ਰਿਹਾ ਔਰ ਕੀ ਪ੍ਰਾਰਥਨਾ ਕਰਦਾ ਰਿਹਾ? ਪ੍ਰਭੂ ਤੇਰੇ ਹੈ, ਤੂੰ ਇਸ ਨੂੰ ਮੁੜ ਵਾਪਸ ਲਿਆ। ਅਸੀਂ ਜਾਣਦੇ ਹਾਂ ਆਰੰਭ ਦੇ ਵਿੱਚ ਆਦਮ ਨੇ ਪਾਪ ਕੀਤਾ ਔਰ ਪਾਪ ਦੇ ਵਿੱਚ ਗਿਰ ਗਿਆ ਅਤੇ ਉਸ ਦੇ ਨਾਲ ਸਾਰੀ ਮਨੁੱਖ ਜਾਤੀ ਪਾਪ ਦੇ ਵਿੱਚ ਗਿਰ ਗਈ। ਰੋਮੀਆਂ 5:12 ਦੇ ਵਿੱਚ ਇਸ ਗੱਲ ਨੂੰ ਲਿਖਿਆ ਹੈ। ਇੱਕ ਮਨੁੱਖ ਤੋਂ ਪਾਪ ਜਗਤ ਵਿੱਚ ਆਇਆ ਅਤੇ ਉਸ ਪਾਪ ਤੋਂ ਮੌਤ ਆਈ ਅਤੇ ਮੌਤ ਸਭਨਾ ਮਨੁੱਖਾਂ ਦੇ ਵਿੱਚ ਫੈਲ ਗਈ ਅਤੇ ਅਸੀਂ ਇਸ ਮੌਤ ਦੇ ਅਧੀਨ ਆਪਣਾ ਜੀਵਨ ਬਤੀਤ ਕਰ ਰਹੇ ਸੀ। ਪਰ ਧੰਨਵਾਦ ਹੈ ਪਰਮੇਸ਼ਰ ਪਿਤਾ ਦਾ, ਜਿਸ ਨੇ ਸਾਨੂੰ ਇਸ ਮੌਤ ਦੇ ਵਿੱਚ ਨਹੀਂ ਰਹਿਣ ਦਿੱਤਾ, ਬਲਕਿ ਇਸ ਮੌਤ ਤੋਂ ਬਚ ਜਾਣ ਦਾ ਸਾਡੇ ਲਈ ਉਪਾਅ ਕੀਤਾ। ਜਦੋਂ ਮਨੁੱਖ ਸੰਸਾਰ ਦੀ ਗੰਦਗੀ ਦੇ ਵਿੱਚ ਚਲਾ ਗਿਆ ਔਰ ਉਸ ਸੰਸਾਰ ਦੀ ਗੰਦਗੀ ਨੇ ਉਸ ਦੇ ਜੀਵਨ ਨੂੰ ਨਸ਼ਟ ਕਰ ਦਿੱਤਾ, ਤਦ ਉਸਨੇ ਉਸ ਪਾਪ ਦੀ ਉਸ ਗੰਦਗੀ ਦੇ ਵਿੱਚ ਬੈਠੇ ਹੋਏ ਉਸ ਪਿਤਾ ਦੇ ਵੱਲ ਵੇਖਿਆ ਜਿੱਥੋਂ ਉਹ ਨਿਕਲਿਆ ਸੀ, ਅਨਆਗਿਆਕਾਰੀਤਾ ਦੇ ਨਾਲ, ਅਨਡਿਸਪਲਿਨ ਦੇ ਨਾਲ। ਉਸਨੇ ਉਸ ਉੱਤੇ ਧਿਆਨ ਦਿੱਤਾ ਕਿ ਮੈਂ ਆਪਣੇ ਪਿਤਾ ਦੇ ਘਰ ਨੂੰ ਛੱਡ ਕੇ ਆਇਆ ਹਾਂ, ਮੈਂ ਬਹੁਤ ਵੱਡੀ ਗਲਤੀ ਕੀਤੀ ਹੈ। ਮੇਰੇ ਪਿਤਾ ਦੇ ਘਰ ਬਹੁਤ ਸਾਰੇ ਨੌਕਰ ਚਾਕਰ ਸਨ, ਮੇਰੇ ਪਿਤਾ ਦੇ ਘਰ ਵਾਫਰ ਖਾਣਾ ਸੀ, ਮੇਰੇ ਪਿਤਾ ਦੇ ਘਰ ਵਾਫਰ ਕੱਪੜੇ ਸੀ, ਮੇਰੇ ਪਿਤਾ ਦੇ ਘਰ ਮੈਨੂੰ ਵਾਫਰ ਆਰਾਮ ਅਤੇ ਸ਼ਾਂਤੀ ਅਤੇ ਚੈਨ ਸੀ। ਮੈਂ ਆਪਣੀ ਐਸ਼ੋ ਆਰਾਮ ਦੇ ਲਈ, ਮੈਂ ਆਪਣੀ ਇੱਜ਼ਤ ਦੇ ਲਈ, ਮੈਂ ਆਪਣੇ ਸਵਾਭਿਮਾਨ ਦੇ ਲਈ ਮੈਂ ਉਸ ਨੂੰ ਠੋਕਰ ਮਾਰ ਕੇ ਆਇਆ। ਯਾਰ, ਜਦੋਂ ਇਸ ਦੁਨੀਆ ਦੇ ਵਿੱਚ ਚਲਾ ਗਿਆ ਤਾਂ ਇਹ ਦੁਨੀਆ ਸਾਨੂੰ ਕੋਈ ਚੰਗੀਆਂ ਚੀਜ਼ਾਂ ਨਹੀਂ ਦਿੰਦੀ ਹੈ, ਚੰਗੇ ਵਿਚਾਰ ਨਹੀਂ ਦਿੰਦੀ ਹੈ, ਚੰਗੇ ਖਿਆਲਾਤ ਨਹੀਂ ਦਿੰਦੀ ਹੈ। ਇਹ ਗਲਤੀ ਹੈ। ਇੱਥੇ ਸਾਡੀ ਇੱਕ ਕਮੀ ਹੈ।
मैं विश्वासी परिवारां नूं, विश्वासी भाई भैणां नूं एक हिदायत देना चाहुंदा हां ते अपने बच्चियां नूं उठदे बैठदे चलदे फिरदे परमेश्वर दे वचन दी सिੱਖਿਆ दिया करो। बाइबल दे विच व्यवस्था सार दी पुस्तक 6 अध्याय उस दी 7 ਅਤੇ 8 आयत दे विच लिखिया होया। ਅਸੀਂ ਇਹ ਕੰਮ नहीं करते हाँ जिस दे कारण साडे बच्चे साडे वस तो बाहर हो जाते हैं। उन्हां नूं परमेश्वर दा भै नहीं हुंदा, उन्हां नूं ਇਹ नहीं पता हुंदा कि ਅਸੀਂ परमेश्वर दे वचन दे नाल परमेश्वर दे नाल गल्लां किस तरह करनियां। उन्हां नूं ਇਹ पता नहीं हुंदा कि परमेश्वर साडे नाल किंज गल्लां करदा है। उन्हां नूं ਇਹ नहीं पता कि साडे जीवन दीयां समस्यावां दा हल कित्थों होना है। उन्हां नूं ਇਹ नहीं पता हुंदा है कि ਅਸੀਂ किसे दे नाल अगर कोई गलबात करनी है या कोई किसी प्रकार का असी अपने जीवन दे विच फैसला लेना है, किस तरह लेना है, उन्होंने कुछ भी नहीं पता। साडे विश्वासी परिवारां दे विच परमेश्वर दे बच्चे वचन तो फैसला लेंदे हैं और वचन तो पुछदे हैं, परमेश्वर तेरी मेरे जीवन दे विच की रजा, मैं की करा, मैं की करा। परमेश्वर दसदा है, वचन दे विच साफ रीति नाल दसदा है की करा। जदों मैं प्रभु की सेवा दे विच आउणा सी, जदों मैं प्रभु दे वचन दे अपना कारजां विच मैनू कोई बुलाहट नहीं सी, पर परमेश्वर ने मैनू बुलाया। मेरे अपना प्यारे अजीज़ां ने, मेरी कलीसिया दे लोकां ने, जिन्हां नाल मैं बाइबल पढ़दा सी, जिन्हां नाल मैं प्रार्थना करदा सी, जिन्हां नाल संगत करदा सी, उन्हां ने मेरी अगवाई कीती। उन्हां ने कहा, ब्रदर परमेश्वर दे नाल प्रार्थना और वचन दे नाल बैठ के पुछ कि मेरे जीवन विच प्रभु तेरी की मर्जी है। तद जदों मैं परमेश्वर दे वचन दे विच बैठा और परमेश्वर दे वचन दे विच मैनू यशाया 40 अध्याय 41 अध्याय उसकी 9 ते 10 आयत दे विच मैनू एक अजिहा वचन मिलिया जिस दे नाल साफ अते क्लीयर हो गया कि मैं तैनू चुन लिया है, धरती दियां हद्दां तो मैं तैनू चुन लिया है। कादे लई? परमेश्वर की सेवा दे लई। डायरैक्ट और बिल्कुल क्लीयर मैनू परमेश्वर ने अपने वचन दे विचों कालिंग दिती है। मैं अपने आप उठ के नहीं आ गया। जिहड़े अपने आप उठ के आंदे ने वो खत्म हो जाते ने, उन्हां दा जीवन खत्म हो जाता है, क्योंकि उन्हां नूं पता नहीं असीं काम किद्दां करना है। परमेश्वर ने अपने वचन दे नाल समझ दी और उसकी सेवा दे विच आ गया। और इस सेवा दे विच मैनू एक अच्छे जीवन साथी की लोड़ सी, इस वचन दे विच मैनू एक अच्छे पार्टनर की लोड़ सी। उस दे लई मैं लगातार परमेश्वर दे वचन दे विच प्रार्थना करता रहा। उस दे लई भी मेरे भरा ने मैनू खुद गाइड किया कि तू अपने जीवन साथी दे लई प्रार्थना कर, जो तेरी सेवा दे लई, तेरे जीवन दे लई और तेरे समाज दे लई और तेरे परिवार दे लई लाभवंत हो सके। उस लई भी मैं इंतजार किया, प्रार्थना की, 5 साल लगातार प्रार्थना की। फिर परमेश्वर ने होशे नबी की पुस्तक 2:19 दे विच मैनू याद है, उस दे विच मेरे लिए एक अच्छे जीवन साथी का उसने मैनू दस दिता कि इत्थे आ तेरा जीवन साथी है। और जदों मैं उस लिए प्रार्थना की तो बजुर्गों ने मेरे लिए वो जीवन साथी मेरे सामने लिया के खड़ा कर दिता और उस वचन दे नाल मैं परमेश्वर का धन्नवाद किया। अज मैनू परमेश्वर दे वचन दे विच जो कुछ भी मिलिया है, जो भी फैसले मैं इस वचन च ले है, मैनू परमेश्वर ने कदे शर्मिंदा नहीं होण दिता। इसलिए तुसी सब तो पहला पिता दे कोल जाना है। जदों इस पुत्र नूं पता लगा कि मैं गलती कर चुका हाँ, मैं सब कुछ कर चुका, मैं इस वचन नूं जदों पढ़ रहा सा तो इस वचन दे विच मैं की देख रहा हाँ, इत्थे लिखिया है वो अजे दूर ही सी, प्यो ने उस नूं डिठा अते उस नूं तरस आया। प्यो ने उन्होंने देखा, इहदा मतलब हर दिन प्यो उस नूं वेख रहा सी, हर दिन पिता उस नूं वेख रहा सी कि ये वापस मुड़ेगा, वापस मेरे घर दे विच आवेगा।
ਜਦੋਂ ਪ੍ਰਭੂ ਨੇ ਜਕਈ ਨੂੰ ਕਿਹਾ, ਜਕਈ ਨੂੰ ਪਤਾ ਨਹੀਂ ਸੀਗਾ, ਜਕਈ ਪਰਮੇਸ਼ਵਰ ਦੇ ਰਾਜ ਦਾ ਪੁੱਤਰ ਸੀ, ਪਰ ਉਹ ਦੁਨੀਆ ਦੇ ਵਿੱਚ ਖੋ ਚੁੱਕਾ ਸੀ, ਆਪਣੀ ਮਰਜ਼ੀ ਕਰ ਰਿਹਾ ਸੀ, ਉਹ ਕੰਮ ਕਰ ਰਿਹਾ ਸੀ ਜਿਸ ਤੋਂ ਪਰਮੇਸ਼ਵਰ ਨੂੰ ਘਿਣਾ ਆਉਂਦੀ ਸੀ। ਪਰ ਪਰਮੇਸ਼ਵਰ ਪੁੱਤਰ ਨੇ ਜਦੋਂ ਉਸ ਨੂੰ ਗੁੱਲੜ ਦੇ ਪੇੜ ਤੇ ਦੇਖਿਆ, ਉਸ ਨੂੰ ਕਿਹਾ, ਕਿਹਨੇ ਦੇਖਿਆ? ਪਰਮੇਸ਼ਵਰ ਨੇ, ਪਿਤਾ ਨੇ। ਮੈਨੂੰ ਅਤੇ ਆਪ ਨੂੰ ਪਿਤਾ ਦੇਖ ਰਿਹਾ ਹੈ ਕਿ ਅਸੀਂ ਵਾਪਸ ਮੁੜੀਏ, ਅਸੀਂ ਇਸ ਦੁਨੀਆ ਦੀ ਚਮਕ ਦਮਕ ਤੋਂ ਦੂਰ ਆ ਕੇ ਪਿਤਾ ਦੇ ਕੋਲ ਆਈਏ। ਉਹ ਪਿਆਰ ਕਰਨ ਦੇ ਲਈ ਮੇਰੇ ਲਈ ਤਿਆਰ ਹੈ, ਉਹ ਮੈਨੂੰ ਫੇਰ ਆਪਣਾ ਬੇਟਾ ਬਣਾਉਣ ਦੇ ਲਈ ਤਿਆਰ ਹੈ, ਉਹ ਫੇਰ ਮੈਨੂੰ ਆਪਣਾ ਅਧਿਕਾਰ ਦੇਣ ਦੇ ਲਈ ਤਿਆਰ ਹੈ, ਉਹ ਫੇਰ ਮੇਰੇ ਜੀਵਨ ਦੇ ਵਿੱਚ ਮੈਨੂੰ ਉਹ ਸਭ ਗੱਲਾਂ ਦੇਣ ਦੇ ਲਈ ਤਿਆਰ ਹੈ ਜਿਸ ਦੇ ਲਈ ਉਸਨੇ ਮੈਨੂੰ ਆਪਣੇ ਕੋਲ ਬੁਲਾਇਆ ਹੈ। ਪਰਮੇਸ਼ਵਰ ਪੁੱਤਰ ਨੇ ਕਿਹਾ, ਜਕਈ ਥੱਲੇ ਉਤਰਿਆ, ਅੱਜ ਮੈਂ ਤੇਰੇ ਘਰ ਦੇ ਵਿੱਚ ਤੇਰੇ ਨਾਲ ਰਹਿਣਾ ਹੈ। ਦੇਖੋ, ਉਹ ਜਕਈ ਜਿਸ ਨੂੰ ਯਹੂਦੀ ਸਮਾਜ ਪਸੰਦ ਨਹੀਂ ਕਰਦਾ ਸੀ, ਲੇਵੀ ਅਤੇ ਜਾਜਕ ਉਸ ਨੂੰ ਪਸੰਦ ਨਹੀਂ ਸੀ ਕਰਦੇ, ਕਿਉਂਕਿ ਉਹ ਕੰਮ ਗਲਤ ਕਰ ਰਿਹਾ ਸੀ, ਚੁੰਗੀ ਲੈ ਰਿਹਾ ਸੀ। ਪਰਮੇਸ਼ਵਰ ਨੇ ਉਸ ਨੂੰ ਚੁਣ ਲਿਆ। ਪਰਮੇਸ਼ਵਰ ਨੇ ਡਿੱਠਾ ਕਿ ਇਹ ਵਾਪਸ ਆਉਣਾ ਚਾਹੁੰਦਾ ਹੈ। ਪਰਮੇਸ਼ਵਰ ਨੇ ਦੇਖਿਆ ਕਿ ਇਹ ਪਛਤਾਪ ਕਰ ਰਿਹਾ ਹੈ। ਪਰਮੇਸ਼ਵਰ ਨੇ ਦੇਖਿਆ ਕਿ ਇਸ ਨੇ ਆਪਣੇ ਮਨ ਦੇ ਵਿੱਚ ਮੇਰੇ ਪ੍ਰਤੀ क्षमा ਦੀ ਯਾਚਨਾ ਕੀਤੀ ਹੈ। ਇਸ ਲਈ ਪਰਮੇਸ਼ਵਰ ਨੇ ਬੁਲਾਇਆ, ਜਕਈ ਥੱਲੇ ਉਤਰਿਆ, ਉਹ ਆ ਗਿਆ। ਉਸਨੇ ਆਪਣੇ ਘਰ ਦੇ ਵਿੱਚ ਆ ਕੇ ਕਿਹਾ, ਜੇ ਮੈਂ ਕਿਸੇ ਕੋਲੋਂ 2 ਗੁਣਾ ਲਿਆ ਤਾਂ ਮੈਂ 4 ਗੁਣਾ ਵਾਪਸ ਕਰਾਂਗਾ, ਜੇ ਕਿਸੇ ਨਾਲ ਮੈਂ ਧੋਖਾ ਕੀਤਾ ਉਸ ਨੂੰ 10 ਗੁਣਾ ਦੇਵਾਂਗਾ। ਤਦ ਪ੍ਰਭੂ ਯਿਸੂ ਮਸੀਹ ਨੇ ਕਿਹਾ, ਅੱਜ ਇਸ ਘਰ ਦੇ ਵਿੱਚ ਮੁਕਤੀ ਆਈ ਹੈ, ਕਿਉਂਕਿ ਇਹ ਵੀ ਪਰਮੇਸ਼ਵਰ ਦਾ ਗਵਾਚਿਆ ਹੋਇਆ ਪੁੱਤਰ ਸੀ। ਜਦੋਂ ਅਸੀਂ 19 ਦੇ ਆਏ ਲੂਕਾ ਦੇ ਵਿੱਚ ਪੜ੍ਹਦੇ ਹਾਂ, ਮੇਰੇ ਪਿਆਰੇ ਅਜ਼ੀਜ਼, ਪਰਮੇਸ਼ਵਰ ਦੀਆਂ ਬਾਹਾਂ, ਪਿਤਾ ਦੀਆਂ ਬਾਹਾਂ ਜਦੋਂ ਅਸੀਂ ਗਵਾਚ ਜਾਂਦੇ ਹਾਂ, ਉਹ ਹਮੇਸ਼ਾ ਖੁੱਲੀਆਂ ਰਹਿੰਦੀਆਂ ਪਿਆਰ ਦੇ ਨਾਲ ਕਿ ਮੇਰਾ ਪੁੱਤਰ ਆਵੇ ਤਾਂ ਮੈਂ ਉਸ ਨੂੰ ਗਲ ਨਾ ਲਾਵਾਂ। ਇੱਥੇ ਪਿਤਾ ਦੌੜ ਕੇ ਗਿਆ ਹੈ। ਮੈਂ ਜਦੋਂ ਇਸ ਵਚਨ ਨੂੰ ਪੜ੍ਹ ਰਿਹਾ ਸੀ, ਮੈਂ ਦੇਖ ਰਿਹਾ ਸੀ, ਪਿਤਾ ਨੇ ਇੱਥੇ ਨਾ ਤਾਂ ਉਹਨੂੰ ਫਟਕਾਰ ਲਾਈ ਹੈ, ਨਾ ਉਹਨੂੰ ਦੰਡ ਦਿੱਤਾ ਹੈ, ਨਾ ਉਸ ਦੇ ਉੱਤੇ ਕੋਈ ਉਮੀਦ ਲਾਈ ਹੈ, ਬਲਕਿ ਕੀ ਕੀਤਾ ਹੈ, ਉਸ ਦੇ ਵਿਪਰੀਤ ਕੀ ਕੀਤਾ ਹੈ। ਪਿਤਾ ਨੇ ਉਸ ਦੇ ਲਈ ਭੋਜਨ ਦਾ ਪ੍ਰਬੰਧ ਕੀਤਾ ਹੈ, ਪਰ ਉਸਨੇ ਉਸ ਦੇ ਨਾਲ ਪ੍ਰੇਮ ਕੀਤਾ ਹੈ, ਉਸਨੇ ਉਸ ਨੂੰ क्षमा ਕੀਤਾ ਹੈ ਅਤੇ ਉਸਨੇ ਉਸ ਨੂੰ ਕਿਹਾ ਸੀ, ਇਹ ਖੋ ਗਿਆ ਸੀ ਅਤੇ ਹੁਣ ਲੱਭ ਪਿਆ ਹੈ। ਇਹਦਾ ਮਤਲਬ ਪਰਮੇਸ਼ਰ ਮੈਨੂੰ ਗੁਆਚੇ ਹੋਏ ਨੂੰ ਪਾਲਣ ਦੇ ਲਈ ਹਮੇਸ਼ਾ ਮੇਰੇ ਵੱਲ ਤੱਕਦਾ ਰਹਿੰਦਾ ਹੈ। ਹੁਣ ਸਵਾਲ ਇਹ ਹੈ ਕਿ ਮੈਂ ਪਰਮੇਸ਼ਰ ਵੱਲ ਨੂੰ ਮੁੜ ਰਿਹਾ ਹਾਂ ਜਾਂ ਨਹੀਂ। ਅਸੀਂ ਪਰਮੇਸ਼ਵਰ ਦਾ ਪ੍ਰੇਮ ਆਪਣੇ ਵਿੱਚ ਪ੍ਰਗਟ ਕਰਨਾ ਹੈ ਖੁੱਲੀਆਂ ਬਾਹਾਂ ਦੇ ਨਾਲ। ਜੇ ਅਸੀਂ ਮਾਫ ਕਰਨਾ ਸਿੱਖ ਗਏ, ਜੇ ਅਸੀਂ क्षमा ਕਰਨਾ ਸਿੱਖ ਗਏ, ਤਾਂ ਪਰਮੇਸ਼ਵਰ ਦਾ ਵਚਨ ਦੱਸਦਾ ਹੈ ਕਿ ਮੇਰਾ ਸੁਭਾਅ ਤੁਹਾਡੇ ਵਿੱਚ ਹੈ। ਇਹਦਾ ਮਤਲਬ क्षमा ਕਰਨ ਵਾਲਾ ਹੋਰ ਵੀ ਆਦਰ ਦੇ ਯੋਗ ਪਰਮੇਸ਼ਵਰ ਦੇ ਵਿੱਚ ਹੋ ਜਾਂਦਾ ਹੈ, ਔਰ क्षमा ਮੰਗਣ ਵਾਲਾ ਉਹ ਤੋਂ ਵੀ ਜ਼ਿਆਦਾ ਆਦਰ ਦੇ ਯੋਗ ਹੋ ਜਾਂਦਾ ਹੈ। ਇਸ ਲਈ ਅਸੀਂ ਕਿਸੇ ਨੂੰ ਦੰਡ ਨਹੀਂ ਦੇ ਸਕਦੇ। ਬਾਈਬਲ ਦੇ ਵਿੱਚ ਲਿਖਿਆ ਹੈ, ਹੇ ਪਿਆਰਿਓ, ਰੋਮੀਆਂ ਦੀ ਪੁਸਤਕ 12 ਅਧਿਆਏ ਦੇ ਅੰਤਿਮ ਪਲਾਂ ਦੇ ਵਿੱਚ ਪਰਮੇਸ਼ਰ ਦਾ ਦਾਸ ਪੌਲਸ ਕਹਿੰਦਾ ਹੈ, ਵਚਨ ਦੇ ਵਿੱਚ ਪਰਮੇਸ਼ਰ ਕਹਿੰਦਾ, ਹੇ ਪਿਆਰਿਓ, ਆਪਣਾ ਬਦਲਾ ਨਾ ਲੈਣਾ। ਪਰਮੇਸ਼ਰ ਨੂੰ ਮੌਕਾ ਦਿਓ ਬਦਲਾ ਲੈਣ ਦਾ, ਪਰਮੇਸ਼ਰ ਨੂੰ ਮੌਕਾ ਦਿਓ ਕ੍ਰੋਧ ਦੇ ਉੱਤੇ ਜਾਣ ਦਾ, ਤਾਂ ਜਿਹੜਾ ਤੁਹਾਡੇ ਕੋਲੋਂ ਦੂਰ ਗਿਆ ਹੈ ਉਹ ਤੁਹਾਡੇ ਨੇੜੇ ਆਏਗਾ। ਪਰਮੇਸ਼ਵਰ ਮੈਨੂੰ ਹਮੇਸ਼ਾ ਆਪਣੇ ਕੋਲ ਲੈ ਕੇ ਜਾਣਾ ਚਾਹੁੰਦਾ ਹੈ। ਪਰਮੇਸ਼ਵਰ ਚਾਹੁੰਦਾ ਇਸ ਬਾਣੀ ਨੂੰ ਪੜ੍ਹ, ਪਰਮੇਸ਼ਵਰ ਚਾਹੁੰਦਾ ਹੈ ਤੂੰ ਮੇਰੇ ਨਾਲ ਗੱਲਾਂ ਕਰ, ਪਰਮੇਸ਼ਵਰ ਚਾਹੁੰਦਾ ਹੈ ਤੂੰ ਮੇਰੇ ਨਾਲ ਸੰਗਤ ਕਰ, ਪਰ ਅਸੀਂ ਕਰਦੇ ਨਹੀਂ। ਔਰ ਜਦੋਂ ਨਹੀਂ ਕਰਦੇ ਹਾਂ ਤਾਂ ਸੰਸਾਰ ਦੀਆਂ ਗੱਲਾਂ ਮੈਨੂੰ ਘੇਰ ਲੈਂਦੀਆਂ ਅਤੇ ਮੈਂ ਪਰਮੇਸ਼ਵਰ ਤੋਂ ਪਿੱਛਾ ਹਟ ਜਾਂਦਾ। ਪਰ ਫਿਰ ਵੀ ਪਰਮੇਸ਼ਵਰ ਮੇਰੇ ਵੱਲ ਤੱਕਦਾ ਰਹਿੰਦਾ ਹੈ। ਇੱਥੇ ਜਿਸ ਤਰ੍ਹਾਂ ਇੱਕ ਪਿਤਾ ਆਪਣੇ ਬੱਚੇ ਨੂੰ ਤੱਕਦਾ ਰਿਹਾ ਕਿ ਉਹ ਕਦੋਂ ਵਾਪਸ ਆਵੇ ਤਾਂ ਮੈਂ ਉਹਨੂੰ ਗਲ ਨਾ ਲਾਵਾਂ। ਪਿਤਾ ਦੀਆਂ ਬਾਹਾਂ ਅੱਜ ਵੀ ਪਿਆਰੋ ਮੇਰੇ ਅਤੇ ਆਪ ਦੇ ਲਈ ਖੁੱਲੀਆਂ ਹੈ। ਪਿਤਾ ਦੀਆਂ ਬਾਹਾਂ ਅੱਜ ਵੀ ਪਾਪੀ ਵਿਅਕਤੀ ਨੂੰ, ਉਸ ਨੂੰ क्षमा ਕਰਨ ਦੇ ਲਈ ਅੱਜ ਵੀ ਖੁੱਲੀਆਂ ਹੈ। ਉਹ ਕਹਿੰਦਾ ਹੈ, ਆ ਮੇਰੇ ਬੇਟੇ, ਮੇਰੇ ਕੋਲ ਆ, ਮੈਂ ਤੈਨੂੰ ਸ਼ਾਂਤੀ ਆਰਾਮ ਦੇਵਾਂਗਾ।
ਅਜਿਹੀ ਸ਼ਾਂਤੀ ਦੇਵਾਂਗਾ ਜਿਹੀ ਸੰਸਾਰ ਨਹੀਂ। ਮੈਂ ਆਪ ਦੇ ਲਈ ਉਹ ਬਚਨ ਪੜ੍ਹਦਾ, ਯਹੋਨਾ ਦੀ ਅੰਜੀਲ ਉਸ ਦਾ 14 ਅਧਿਆਏ ਦੇ ਵਿੱਚ ਪਰਮੇਸ਼ਵਰ ਨੇ ਇਹ ਮੇਰੇ ਨਾਲ ਗੱਲ ਕੀਤੀ ਹੈ। ਜਦੋਂ ਅਸੀਂ 14 ਅਧਿਆਏ ਦੇ ਵਿੱਚ ਜਾਂਦੇ ਹਾਂ ਤਾਂ ਉਸ ਦੀ 27 ਆਇਤ ਦੇ ਵਿੱਚ ਕਹਿੰਦਾ ਹੈ, ਮੈਂ ਤੁਹਾਨੂੰ ਸ਼ਾਂਤੀ ਦੇ ਜਾਂਦਾ, ਆਪਣੀ ਸ਼ਾਂਤੀ ਜੋ ਮੈਂ ਤੁਹਾਨੂੰ ਦਿੰਦਾ ਹਾਂ, ਜਿਸ ਤਰ੍ਹਾਂ ਸੰਸਾਰ ਦਿੰਦਾ ਹੈ ਮੈਂ ਉਸ ਤਰ੍ਹਾਂ ਤੁਹਾਨੂੰ ਨਹੀਂ ਦਿੰਦਾ। ਤੁਹਾਡਾ ਦਿਲ ਨਾ ਘਬਰਾਵੇ ਅਤੇ ਨਾ ਡਰੇ। ਦੇਖੋ ਪਿਤਾ ਫਿਰ ਵੀ ਮੈਨੂੰ ਤਸੱਲੀ ਦੇ ਰਿਹਾ, ਤੁਹਾਡਾ ਦਿਲ ਨਾ ਘਬਰਾਵੇ ਨਾ ਡਰੇ। ਪਿਤਾ ਦੀਆਂ ਬਾਹਾਂ ਕਿੰਨੀਆਂ ਖੁੱਲੀਆਂ। ਜਦੋਂ ਪਿਤਾ ਸਾਨੂੰ ਗਲ ਵਿੱਚ ਲੈਂਦਾ ਹੈ ਤਾਂ ਸਾਡਾ ਡਰ ਵੀ ਖਤਮ ਹੋ ਜਾਂਦਾ ਹੈ, ਸਾਡੀ ਘਬਰਾਹਟ ਵੀ ਖਤਮ ਹੋ ਜਾਂਦੀ ਹੈ ਅਤੇ ਸਾਡੇ ਕੋਲ ਪਰਮੇਸ਼ਰ ਦੀ ਸੱਚੀ ਸ਼ਾਂਤੀ ਆ ਜਾਂਦੀ ਹੈ, ਜਿਸ ਸ਼ਾਂਤੀ ਦਾ ਪ੍ਰਭੂ ਯਿਸੂ ਮਸੀਹ ਨੇ ਮੇਰੇ ਅਤੇ ਆਪ ਦੇ ਨਾਲ ਵਾਅਦਾ ਕੀਤਾ ਹੈ, ਮੈਂ ਤੁਹਾਨੂੰ ਆਪਣੀ ਸੱਚੀ ਸ਼ਾਂਤੀ ਦਿੰਦਾ। ਸੱਚੀ ਸ਼ਾਂਤੀ ਸਵਰਗ ਦੀ ਹੈ, ਜਿੱਥੇ ਨਾ ਰੋਣਾ ਹੈ, ਜਿੱਥੇ ਨਾ ਕਿਸੇ ਪ੍ਰਕਾਰ ਦਾ ਦੁੱਖ ਹੈ, ਜਿੱਥੇ ਨਾ ਕਿਸੇ ਪ੍ਰਕਾਰ ਦੀ ਮੌਤ ਹੈ, ਜਿੱਥੇ ਨਾ ਕਿਸੇ ਪ੍ਰਕਾਰ ਦਾ ਸੰਤਾਪ ਹੈ। ਹਮੇਸ਼ਾ ਪਰਮੇਸ਼ਰ ਦਾ ਆਨੰਦ ਅਤੇ ਪ੍ਰੇਮ ਹੈ। ਇੱਥੇ ਪਿਤਾ ਨੇ ਆਪਣੇ ਬੱਚੇ ਦੇ ਨਾਲ ਪ੍ਰੇਮ ਅਤੇ ਆਨੰਦ ਵੰਡਿਆ ਹੈ। ਕੀ ਤੁਸੀਂ ਆਪਣੇ ਬੱਚਿਆਂ ਦੇ ਨਾਲ ਇਹ ਪ੍ਰੇਮ ਅਤੇ ਆਨੰਦ ਵੰਡ ਰਹੇ ਹੋ? ਜੇ ਤੁਸੀਂ ਇਸ ਤਰ੍ਹਾਂ ਕਰ ਰਹੇ ਹੋ ਤਾਂ ਪਿਆਰੋ, ਤੁਸੀਂ ਸੱਚਮੁੱਚ ਪਰਮੇਸ਼ਵਰ ਦੇ ਸੱਚੇ ਅਤੇ ਜਿਉਂਦੇ ਪੁੱਤਰ ਹੋ। ਜੇ ਤੁਸੀਂ ਇਸ ਤਰ੍ਹਾਂ ਨਹੀਂ ਕਰ ਰਹੇ ਹੋ ਤਾਂ ਤੁਸੀਂ ਉਸ ਦੇ ਪੁੱਤਰ ਦਾ ਅਧਿਕਾਰ ਆਪਣੇ ਵਿੱਚ ਖੋ ਰਹੇ ਹੋ। ਜੇ ਤੁਸੀਂ ਚਾਹੁੰਦੇ ਹੋ ਕਿ ਮੈਂ ਪਰਮੇਸ਼ਵਰ ਦੇ ਪੁੱਤਰ ਦਾ ਅਧਿਕਾਰ ਪ੍ਰਾਪਤ ਕਰਾਂ ਤਾਂ ਪਰਮੇਸ਼ਵਰ ਕੋਲੋਂ ਪਹਿਲਾਂ ਸਭ ਤੋਂ ਪਛਤਾਤਾਪ ਕਰੋ। ਪਛਤਾਤਾਪ ਕਰਨ ਤੋਂ ਬਾਅਦ ਪਰਮੇਸ਼ਵਰ ਦੇ ਨਾਲ ਪਿਆਰ ਕਰੋ। ਪਿਆਰ ਤੋਂ ਉਪਰੰਤ ਪਰਮੇਸ਼ਵਰ ਦਾ ਆਨੰਦ, ਪਰਮੇਸ਼ਵਰ ਦੀ ਤਸੱਲੀ ਔਰ ਪਰਮੇਸ਼ਵਰ ਦੀ ਸਵਰਗੀ ਬਰਕਤ ਮੇਰੇ ਜੀਵਨ ਦੇ ਵਿੱਚ ਆਏਗੀ ਅਤੇ ਉਹ ਮੈਨੂੰ ਕਹੇਗੀ, ਤੂੰ ਮੇਰਾ ਪਿਆਰਾ ਪੁੱਤਰ ਹੈ। ਕੀ ਤੁਸੀਂ ਚਾਹੁੰਦੇ ਹੋ ਕਿ ਪਰਮੇਸ਼ਵਰ ਅਜਿਹਾ ਮੇਰੇ ਬਾਰੇ ਗਵਾਹੀ ਦੇ? ਤਾਂ ਜ਼ਰੂਰ ਹੈ ਕਿ ਉਸ ਖੁੱਲੀਆਂ ਬਾਹਾਂ ਦੇ ਕੋਲ ਅੱਜ ਆ ਜਾਓ। ਉਹ ਪਰਮੇਸ਼ਵਰ ਅੱਜ ਵੀ ਤੁਹਾਨੂੰ ਗਲੇ ਨਾਲ ਲਾਉਣ ਦੇ ਲਈ ਤਿਆਰ ਹੈ। क्षमा ਕਰਨ ਵਾਲੇ ਔਰ ਦਇਆ ਕਰਨ ਵਾਲੇ, ਤਰਸ ਕਰਨ ਵਾਲੇ ਵਿਸ਼ਵਾਸੀ ਬਣੋ, ਤਾਂ ਕਿ ਪ੍ਰਭੂ ਦਾ ਪ੍ਰੇਮ ਤੁਹਾਡੇ ਉੱਤੇ ਪਰਮੇਸ਼ਵਰ ਦੀ ਆਸ਼ੀਸ਼ ਬਣ ਕੇ ਉਮੜੇ। ਪਰਮੇਸ਼ਵਰ ਆਪ ਨੂੰ ਇਸ ਵਚਨ ਦੇ ਨਾਲ ਆਸ਼ੀਸ਼ ਦੇਵੇ। ਜੈ ਮਸੀਹ।